ਧੰਨ ਵਾਹਿਗੁਰੂ ਸਾਹਿਬ ਜੀਓ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ, ਘਰ ਤਾਂ ਤੇਰੇ ਸਭ ਕਿਛ ਹੈ। ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੇ। ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਦਾਸ ਵੱਲੋਂ ਕਲਗੀਧਰ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਤਿੰਨਾਂ ਵੱਲੋਂ ਬਖਸ਼ਿਸ਼ ਕੀਤੀ ਹੋਈ ਗੁਰਫਤਿਹ ਦੇ ਨਾਲ ਸਾਂਝ ਪਾਉਂਦਿਆਂ ਹੋਇਆਂ ਫਤਿਹ ਪ੍ਰਵਾਨ ਕਰਨੀ। ਪ੍ਰਵਾਨੋ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਤਿੰਨਾਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੀ ਹੋਈ ਮੁਬਾਰਕ ਬਾਣੀ ਆਨੰਦ ਸਾਹਿਬ, ਜਿਸ ਦੀ ਵਿਚਾਰ ਨੂੰ ਆਪਾਂ ਸਮਝਣ ਦਾ ਯਤਨ ਕਰ ਰਹੇ ਹਾਂ। ਤਿਸ ਵਿਚਾਰ ਦੇ ਤਹਿਤ ਤੀਸਰੀ ਪੌੜੀ ਦਾ ਪਾਠ ਆਪਾਂ ਬੜੇ ਪਿਆਰ ਅਦਬ ਦੇ ਨਾਲ ਹੁਣੇ ਸਰਵਣ ਕੀਤਾ ਹੈ। ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਇਸ ਪਾਵਨ ਪੌੜੀ ਦੇ ਵਿੱਚ ਸਾਨੂੰ ਜੀਵਨ ਦੇ ਕਿਹੜੇ ਵਡਮੁੱਲੇ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਇਸ ਵਿਚਾਰ ਨੂੰ ਆਪਾਂ ਸਮਝਣ ਦਾ ਯਤਨ ਕਰਨਾ ਹੈ। ਬੜੀ ਹੀ ਇਕਾਗਰਤਾ ਸਹਿਤ ਆਓ ਇਸ ਵਿਚਾਰ ਨੂੰ ਆਪਾਂ ਸਮਝਣ ਦਾ ਯਤਨ ਕਰੀਏ। ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਜਿਨ੍ਹਾਂ ਨੇ ਇਸ ਪਾਵਨ ਪੌੜੀ ਦੇ ਅੰਦਰ ਬਖਸ਼ਿਸ਼ ਕੀਤੀ ਹੈ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ। ਸਾਚੇ ਸਾਹਿਬਾ ਦੇ ਅਰਥ ਨੇ ਸਦਾ ਕਾਇਮ ਰਹਿਣ ਵਾਲਾ ਮਾਲਕ, ਉਹ ਅਕਾਲ ਪੁਰਖ ਪਰਮਾਤਮਾ। ਸਾਹਿਬ ਦੇ ਅਰਥ ਨੇ ਮਾਲਕ ਤੇ ਸਾਚੇ ਦੇ ਅਰਥ ਨੇ ਸਦਾ ਸਥਿਰ ਰਹਿਣ ਵਾਲਾ। ਸਤਿਗੁਰੂ ਗੁਰੂ
ਅਮਰਦਾਸ ਜੀ ਮਹਾਰਾਜ ਉਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਨੂੰ ਸੰਬੋਧਨ ਹੋ ਕਰਕੇ ਇਹ ਬਖਸ਼ਿਸ਼ ਕਰਦੇ ਨੇ। ਸਤਿਗੁਰੂ ਜੀ ਕਹਿਣ ਲੱਗੇ, ਹੇ ਮਾਲਕ ਜੀ, ਹੇ ਸਦਾ ਕਾਇਮ ਰਹਿਣ ਵਾਲੇ ਪਰਿਪੂਰਨ ਅਕਾਲ ਪੁਰਖ ਪਰਮਾਤਮਾ ਜੀ, ਕਿਆ ਨਾਹੀ ਘਰ ਤੇਰਾ। ਇੱਕ ਸਵਾਲੀਆ ਪ੍ਰਸ਼ਨਵਾਚਕ ਸਤਿਗੁਰੂ ਜੀ ਨੇ ਇੱਥੇ ਇੱਕ ਆਪਾਂ ਕਹਿ ਸਕਦੇ ਹਾਂ ਵੀ ਇੱਕ ਸਵਾਲੀਆ ਚਿੰਨ੍ਹ ਦੇ ਰੂਪ ਦੇ ਵਿੱਚ ਸਤਿਗੁਰੂ ਜੀ ਗੱਲ ਕਰ ਰਹੇ ਨੇ। ਸਤਿਗੁਰੂ ਜੀ ਕਹਿਣ ਲੱਗੇ, ਹੇ ਸਦਾ ਸਥਿਰ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਜੀ, ਤੇਰੇ ਘਰ ਦੇ ਵਿੱਚ ਕਿਹੜੀ ਚੀਜ਼ ਨਹੀਂ ਹੈ। ਇੱਕ ਸਵਾਲੀਆ ਚਿੰਨ੍ਹ ਹੈ। ਭਾਵ ਸਤਿਗੁਰੂ ਜੀ ਕਹਿੰਦੇ ਤੇਰੇ ਘਰ ਦੇ ਵਿੱਚ ਤੇ ਸਭ ਕੁਝ ਹੀ ਹੈ। ਆਪਾਂ ਜਦੋਂ ਰੋਜ਼ ਨਿਤਨੇਮ ਦੀ ਬਾਣੀ ਪੜ੍ਹਦੇ ਹਾਂ ਤੇ ਨਿਤਨੇਮ ਦੀ ਬਾਣੀ ਦੇ ਵਿੱਚੋਂ ਜਪਜੀ ਸਾਹਿਬ ਪੜ੍ਹੀਏ ਤੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ। ਕਰ ਕਰ ਵੇਖਿਆ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਜਾਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਨੇ, ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾਂ ਜੁਗੰਤਰ ਖਾਹੀ ਖਾਹੀ। ਸੋ ਗੁਰੂ ਅਮਰਦਾਸ ਜੀ ਮਹਾਰਾਜ ਉਸ ਅਕਾਲ ਪੁਰਖ ਪਰਮਾਤਮਾ ਨੂੰ ਸੰਬੋਧਨ ਹੋ ਕੇ ਇਹ ਗੱਲ ਕਹਿੰਦੇ ਨੇ ਕਿ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਜੀ, ਹੇ ਮਾਲਕ ਜੀ, ਕਿਆ ਨਾਹੀ ਘਰ ਤੇਰਾ। ਤੇਰੇ ਘਰ ਦੇ ਵਿੱਚ ਕਿਹੜੀ ਚੀਜ਼ ਨਹੀਂ ਹੈ। ਭਾਵ ਇਹ ਕਿ ਸਭ ਕੁਝ ਤੇਰੇ ਘਰ ਦੇ ਵਿੱਚ ਹੈ। ਸਭ ਕੁਝ ਹੀ ਤੇਰੇ ਘਰ ਦੇ ਵਿੱਚ, ਕਿਸੇ ਚੀਜ਼ ਦਾ ਘਾਟਾ ਨਹੀਂ ਹੈ। ਅਗਣਤ ਭਰੇ ਭੰਡਾਰ ਵਾਲੀ ਗੱਲ ਹੈ ਤੇਰੇ ਘਰ ਦੇ ਵਿੱਚ। ਪਰ ਗੁਰੂ ਸਾਹਿਬ ਜੀ ਕਹਿਣ ਲੱਗੇ, ਭਾਵੇਂ ਕਿ ਤੇਰੇ ਘਰ ਦੇ ਵਿੱਚ ਸਭ ਕੁਝ ਹੈ, ਮੈਂ ਜਿਹੜੀ ਗੁਰੂ ਅਮਰਦਾਸ ਜੀ ਮਹਾਰਾਜ ਸਾਨੂੰ ਇਸ ਪੌੜੀ ਦੇ ਵਿੱਚੋਂ ਸਾਧ ਸੰਗਤ ਜੀ ਗੱਲ ਸਮਝਾਉਣ ਦਾ ਯਤਨ ਕਰ ਰਹੇ ਨੇ। ਸਤਿਗੁਰੂ ਜੀ ਕਹਿੰਦੇ ਨੇ, ਭਾਵੇਂ ਕਿ ਹੇ ਪ੍ਰਮਾਤਮਾ ਜੀ, ਤੇਰੇ ਘਰ ਦੇ ਵਿੱਚ ਸਭ ਕੁਝ ਹੈ, ਪਰ ਮੈਨੂੰ ਚਾਹੀਦਾ ਤੇਰੇ ਘਰ ਦੇ ਵਿੱਚੋਂ ਆਨੰਦ ਹੈ। ਤੇਰੇ ਘਰ ਦੇ ਵਿੱਚ ਕੋਈ ਸ਼ੱਕ ਨਹੀਂ। ਸਤਿਗੁਰੂ ਜੀ ਕਹਿੰਦੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ। ਤੇਰੇ ਘਰ ਦੇ ਵਿੱਚ ਹੈ ਸਭ ਕੁਝ ਹੀ, ਪਰ ਮੈਨੂੰ ਕੀ ਚਾਹੀਦਾ ਹੈ? ਮੈਨੂੰ ਆਨੰਦ ਚਾਹੀਦਾ ਹੈ, ਮੈਨੂੰ ਸੁੱਖ ਚਾਹੀਦਾ ਹੈ, ਮੈਨੂੰ ਉਹ ਸਹਿਜ ਚਾਹੀਦਾ ਹੈ, ਉਹ ਆਤਮਿਕ ਸ਼ਾਂਤੀ ਚਾਹੀਦੀ ਹੈ। ਮੈਨੂੰ ਤੇਰੇ ਘਰ ਦੇ ਵਿੱਚੋਂ ਕੇਵਲ ਤਾਂ ਕੇਵਲ ਤੇਰਾ ਨਾਮ, ਨਾਮ ਮੀਨਸ ਤੇਰੇ ਗੁਣ, ਸੱਚਾ ਗਿਆਨ ਚਾਹੀਦਾ ਹੈ। ਭਾਵੇਂ ਕਿ ਤੇਰੇ ਘਰ ਦੇ ਵਿੱਚ ਸਭ ਕੁਝ ਹੈ। ਆਪਾਂ ਸਤਿਗੁਰੂ ਜੀ ਦਾ ਹੀ ਬਚਨ ਪੜ੍ਹਦੇ ਹਾਂ, ਹੋਂ ਕਿਆ ਮੰਗੂ ਕਿਛ ਥਿਰ ਨਾ ਰਹਾਈ, ਮੈਂ ਦੀਜੈ ਨਾਮ ਪਿਆਰੀ ਜੀਓ। ਗੁਰੂ ਅਮਰਦਾਸ ਜੀ ਮਹਾਰਾਜ ਦਾ ਇਹ ਮੁਬਾਰਕ ਬੋਲ ਹੈ। ਸਤਿਗੁਰੂ ਜੀ ਕਹਿਣ ਲੱਗੇ, ਤੂੰ ਪ੍ਰਭ ਦਾਤਾ, ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ। ਹੇ ਮਾਲਕ ਜੀ, ਤੁਸੀਂ ਪੂਰੇ ਦਾਤੇ ਹੋ। ਵੇਖੋ, ਜਦੋਂ ਆਪਾਂ ਸਤਿਗੁਰੂ ਜੀ ਦੀ ਮੁਬਾਰਕ ਬਾਣੀ ਨੂੰ ਪੜ੍ਹਦੇ ਹਾਂ ਤੇ ਗੁਰੂ ਸਾਹਿਬ ਜੀ ਨੇ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਗੱਲ ਸਾਨੂੰ ਸਮਝਾਈ ਹੈ ਵੀ ਦਾਤਾ ਜਿਹੜਾ ਹੈ ਉਹ ਕੇਵਲ ਇੱਕ ਪਰਮਾਤਮਾ ਹੈ। ਇੱਕ ਪਰਮਾਤਮਾ, ਦਾਤੇ ਬਹੁਤੇ ਨਹੀਂ। ਹਾਂ, ਸਤਿਗੁਰੂ ਜੀ ਕਹਿੰਦੇ ਭਿਖਾਰੀ ਬੜੇ ਨੇ, ਭਿਖਾਰੀ ਬਹੁਤ ਨੇ। ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਇੱਥੇ ਰਾਮ ਦੇ ਅਰਥ ਨੇ ਰਮਿਆ ਹੋਇਆ ਵਾਹਿਗੁਰੂ ਪਰਮਾਤਮਾ। ਸਤਿਗੁਰੂ ਜੀ ਕਹਿਣ ਲੱਗੇ ਦਾਤਾ ਇੱਕ ਹੈ। ਇਸੇ ਕਰਕੇ ਗੁਰੂ ਸਾਹਿਬ ਜੀ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਗੱਲ ਸਾਨੂੰ ਸਮਝਾ ਦਿੱਤੀ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦੇਂਦੇ ਟੋਟ ਨਾ ਆਵਈ ਅਗੰਤ ਭਰੇ ਭੰਡਾਰ।
ਧੰਨ ਗੁਰੂ ਅਮਰਦਾਸ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ, ਹੋਂ ਕਿਆ ਮੰਗੂ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਸਤਿਗੁਰੂ ਜੀ ਕਹਿਣ ਲੱਗੇ, ਮਾਲਕ ਜੀ ਮੈਂ ਤੇਰੇ ਦਰ ਤੋਂ ਕੀ ਮੰਗਾਂ, ਭਾਵੇਂ ਕਿ ਤੇਰੇ ਦਰ ਤੇ ਹੈ ਬਹੁਤ ਕੁਝ, ਕਿਆ ਨਾਹੀਂ ਘਰ ਤੇਰਾ, ਤੇਰੇ ਦਰ ਤੇ ਹੈ ਤਾਂ ਬਹੁਤ ਕੁਝ ਹੈ, ਪਰ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਹਰ ਦੀਜੈ ਨਾਮ ਪਿਆਰੀ ਜੀਓ। ਮਾਲਕ ਜੀ ਮੈਨੂੰ ਕੇਵਲ ਤਾਂ ਕੇਵਲ ਤੇਰਾ ਨਾਮ ਚਾਹੀਦਾ ਹੈ, ਤੇਰਾ ਸੱਚਾ ਗਿਆਨ, ਤੇਰੇ ਗੁਣ, ਉਹ ਸੱਚ, ਉਹ ਸਿਧਾਂਤ, ਉਹ ਸਹਿਜ, ਉਹ ਸੁੱਖ, ਉਹ ਆਨੰਦ ਚਾਹੀਦਾ ਹੈ, ਭਾਵੇਂ ਕਿ ਤੇਰੇ ਦਰ ਤੇ ਬਹੁਤ ਹੈ। ਇੱਕ ਹੋਰ ਪਾਵਨ ਬਾਣੀ ਦਾ ਮੈਂ ਬਚਨ ਆਪ ਜੀ ਦੇ ਨਾਲ ਸਾਂਝਾ ਕਰਾਂ, ਫਿਰ ਆਪਾਂ ਇਸ ਪੌੜੀ ਨੂੰ ਅੱਗੇ ਸਮਝਣ ਦਾ ਯਤਨ ਕਰਦੇ ਹਾਂ। ਭਗਤ ਕਬੀਰ ਸਾਹਿਬ ਜੀ ਦਾ ਆਪਾਂ ਮੁਬਾਰਕ ਬਚਨ ਪੜ੍ਹਦੇ ਹਾਂ। ਉਹਨਾਂ ਦੇ ਬਚਨ ਦੀ ਆਰੰਭਤਾ ਹੁੰਦੀ ਹੈ, ਭੂਖੇ ਭਗਤ ਨਾ ਕੀਜੈ, ਇਹ ਮਾਲਾ ਆਪਣੀ ਲੀਜੈ, ਹੋਂ ਮਾਂਗੂ ਸੰਤਨ ਰਹਿਣਾ, ਮੈਂ ਨਾਹੀ ਕਿਸੀ ਕਾ ਦੇਣਾ, ਮਾਧੋ ਕੈਸੀ ਬਨੇ ਤੁਮ ਸੰਗੇ, ਆਪ ਨਾ ਦੇਵੋ ਤਾਂ ਦੇਵੋ ਮੰਗੇ। ਫਿਰ ਅੱਗੇ ਉਹਨਾਂ ਸਾਰੀਆਂ ਚੀਜ਼ਾਂ ਦਾ ਜ਼ਿਕਰ ਕੀਤਾ ਹੈ, ਦੋਏ ਸਿਰ ਮੰਗੂ ਚੂਨਾ, ਪਾਓ ਘਿਓ ਸੰਗ ਲੂਨਾ, ਅਧ ਸਿਰ ਮੰਗੂ ਦਾਲੇ, ਮੋਕੋ ਦੋਨੋਂ ਵਕਤ ਜਿਵਾਲੇ। ਪਰ ਅਖੀਰ ਤੇ ਇੱਕ ਗੱਲ ਬੜੀ ਪਿਆਰੀ ਕਹਿੰਦੇ ਨੇ, ਇਸ ਨੁਕਤੇ ਨੂੰ ਸਮਝਣ ਦੀ ਜ਼ਰੂਰਤ ਹੈ। ਕਾਸ਼ ਸਾਡੇ ਸਿੱਖ ਅਖਵਾਉਣ ਵਾਲਿਆਂ ਦੇ ਮਨਾਂ ਦੇ ਅੰਦਰ ਇਹ ਗੁਰੂ ਅਮਰਦਾਸ ਜੀ ਮਹਾਰਾਜ ਦੇ ਬਚਨ ਜਿਹੜੇ ਨੇ ਉਹ ਵਸ ਜਾਣ, ਭਾਵੇਂ ਕਿ ਅਸੀਂ ਕੋਈ ਸ਼ੱਕ ਨਹੀਂ, ਪੜ੍ਹਦੇ ਜ਼ਰੂਰ ਹਾਂ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ। ਸ਼ਾਮ ਸਵੇਰੇ ਜਦੋਂ ਆਨੰਦ ਸਾਹਿਬ ਦਾ ਪਾਠ ਹੁੰਦਾ ਹੈ, ਜਦੋਂ ਵੈਸੇ ਕਿਸੇ ਸਮਾਗਮਾਂ ਦੇ ਉੱਤੇ ਜਾਈਦਾ ਹੈ, ਆਨੰਦ ਸਾਹਿਬ ਦਾ ਪਾਠ ਹੁੰਦਾ ਹੈ ਤੇ ਪੜ੍ਹੀਦਾ ਹੀ ਹੈ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ। ਪਰ ਖਿਮਾ ਕਰਨਾ, ਅਸੀਂ ਇਸ ਨੂੰ ਸਮਝਣ ਦਾ ਯਤਨ ਨਹੀਂ ਕੀਤਾ। ਹੁਣ ਸਤਿਗੁਰੂ ਜੀ ਇਸ ਦੇ ਅੰਦਰ ਜਿਹੜੀ ਗੱਲ ਸਮਝਾ ਰਹੇ ਨੇ, ਗੁਰੂ ਸਾਹਿਬ ਜੀ ਕਹਿੰਦੇ ਨੇ, ਹੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਜੀ, ਕੋਈ ਸ਼ੱਕ ਨਹੀਂ, ਨੋ ਡਾਊਟ, ਕੋਈ ਸ਼ੱਕ ਨਹੀਂ ਹੈ, ਤੇਰੇ ਘਰ ਸਭ ਕੁਝ ਹੀ ਹੈ, ਸਭ ਕੁਝ ਹੀ। ਪਰ ਗੁਰੂ ਅਮਰਦਾਸ ਜੀ ਕਹਿਣ ਲੱਗੇ, ਮੈਨੂੰ ਸਿਰਫ ਤਾਂ ਸਿਰਫ ਚਾਹੀਦਾ ਕੀ ਹੈ, ਤੇਰਾ ਨਾਮ, ਮੈਨੂੰ ਆਨੰਦ ਚਾਹੀਦਾ ਹੈ, ਮੈਨੂੰ ਸੱਚਾ ਗਿਆਨ ਚਾਹੀਦਾ, ਮੈਨੂੰ ਗੁਣ ਚਾਹੀਦੇ ਨੇ, ਮੈਨੂੰ ਮੇਰੇ ਕਰਮ ਜਿਹੜੇ ਚੰਗੇ ਬਣ ਜਾਣ, ਇਹ ਦਾਤ ਚਾਹੀਦੀ ਹੈ। ਤੇਰੇ ਘਰ ਕਿਸੇ ਚੀਜ਼ ਦਾ ਘਾਟਾ ਨਹੀਂ ਹੈ। ਤੇ ਜਿਹੜੀ ਮੈਂ ਸਾਧ ਸੰਗਤ ਜੀ ਬੇਨਤੀ ਕਰ ਰਿਹਾ ਸੀ, ਜੇ ਸਾਨੂੰ ਸਿੱਖ ਅਖਵਾਉਣ ਵਾਲਿਆਂ ਨੂੰ ਇਹ ਸ਼ਬਦ, ਇਹ ਪੰਕਤੀ ਸਮਝ ਆ ਜਾਵੇ, ਤੇ ਫਿਰ ਕੀ ਸਾਡੀਆਂ ਫਿਰ ਦੁਨਿਆਵੀ ਪਦਾਰਥਾਂ ਦੀਆਂ ਲੰਮੀਆਂ ਲੰਮੀਆਂ ਲਿਸਟਾਂ ਜੋ ਅਸੀਂ ਅਰਦਾਸ ਦੇ ਰੂਪ ਦੇ ਵਿੱਚ ਆ ਕੇ ਗੁਰੂ ਦੇ ਅੱਗੇ ਕਰਦੇ ਹਾਂ, ਕਿ ਫਿਰ ਇਹ ਲਿਸਟਾਂ ਸਾਡੀਆਂ ਰਹਿ ਜਾਣਗੀਆਂ? ਨਹੀਂ, ਫਿਰ ਸਾਡੀ ਅਰਦਾਸ ਇੱਕੋ ਹੀ ਹੋਵੇਗੀ। ਉਹ ਅਰਦਾਸ ਕਿਹੜੀ ਹੋਵੇਗੀ? ਉਹ ਅਰਦਾਸ ਇਹ ਹੋਵੇਗੀ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹ। ਫਿਰ ਉਹ ਅਰਦਾਸ ਦੇ ਵਿੱਚ ਇਹ ਨਹੀਂ ਹੋਵੇਗਾ, ਅੱਜ ਤੁਸੀਂ ਵੇਖੋ, ਖਿਮਾ ਕਰਨਾ, ਮੈਂ ਇਹ ਵੀ ਗੱਲ ਸਪਸ਼ਟ ਕਰਦਾ ਜਾਵਾਂ, ਅਰਦਾਸ ਸਿੱਖੀ ਦਾ ਇੱਕ ਬੜਾ ਵੱਡਾ ਤੇ ਬੜਾ ਵਧੀਆ ਇੱਕ ਅਸੂਲ ਸਾਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਸੀ, ਅਰਦਾਸ। ਪਰ ਅੱਜ ਦੀ ਅਰਦਾਸ ਜਿਹੜੀ ਹੈ, ਉਹ ਅਰਦਾਸ ਇੱਕ ਸਿਧਾਂਤ, ਇੱਕ ਅਸੂਲ ਨਾ ਰਹਿ ਕਰਕੇ ਉਹ ਕੇਵਲ ਇੱਕ ਬਿਜ਼ਨਸ ਬਣ ਗਿਆ ਹੈ। ਮਾਫੀ ਚਾਹੁੰਦਾ, ਮੈਨੂੰ ਇਹ ਸ਼ਬਦ ਵਰਤਣੇ ਪੈ ਰਹੇ ਨੇ। ਅੱਜ ਦੀ ਅਰਦਾਸ ਜਿਹੜੀ ਹੈ ਉਹ ਇੱਕ ਬਿਜ਼ਨਸ ਬਣ ਗਿਆ ਹੈ, ਬਿਜ਼ਨਸ।
ਤੁਸੀਂ ਭਾਈ ਨੂੰ 50 ਰੁਪਏ 100 ਰੁਪਈਆ 500 ਰੁਪਈਆ ਦੇਵੋ, ਉਹਦੇ ਪਰਥਾਏ ਤੁਸੀਂ ਭਾਈ ਦੀ ਜ਼ੁਬਾਨੋਂ ਇਹ ਗੱਲ ਕਢਵਾਓ ਵੀ ਤੂੰ ਗੁਰੂ ਨੂੰ ਕਹਿ, ਤੂੰ ਗੁਰੂ ਦੇ ਨੇੜੇ ਹੈ, ਤੂੰ ਗੁਰੂ ਦੇ ਕੋਲ ਹੈ, ਤੂੰ ਗੁਰੂ ਨੂੰ ਕਹਿ ਵੀ ਫਲਾਣੇ ਬੰਦੇ ਦਾ ਕਾਰੋਬਾਰ ਵੱਧ ਜੇ, ਫਲਾਣੇ ਬੰਦੇ ਦਾ ਬਿਜ਼ਨਸ ਜਿਹੜਾ ਹੈ ਵੱਡਾ ਹੋ ਜਾਵੇ, ਫਲਾਣੇ ਨੂੰ ਕੋਠੀ ਮਿਲ ਜਾਵੇ, ਫਲਾਣੇ ਨੂੰ ਕਾਰ ਮਿਲ ਜਾਵੇ, ਕੋਈ ਦੁੱਧ ਦੀ ਅਰਦਾਸ ਕਰ ਰਿਹਾ, ਕੋਈ ਪੁੱਤ ਦੀ ਅਰਦਾਸ ਕਰ ਰਿਹਾ। ਵਟ ਨੌਨਸੈਂਸ। ਅਸੀਂ ਕੀ ਕਰ ਰਹੇ ਹਾਂ? ਗੁਰੂ ਤਾਂ ਕਹਿੰਦਾ ਹੈ ਬਿਨ ਬੋਲਿਆਂ ਸਭ ਕੁਝ ਜਾਣਦਾ, ਕਿਸੇ ਆਗੇ ਕੀਚੇ ਅਰਦਾਸ। ਮੈਂ ਬੜੇ ਸੰਖੇਪ ਜਿਹੇ ਸ਼ਬਦਾਂ ਦੇ ਵਿੱਚ ਇਹ ਗੱਲ ਸਾਂਝੀ ਕਰਾਂ, ਕਿਉਂਕਿ ਵਿਸ਼ਾ ਅਰਦਾਸ ਦਾ ਵਿਸ਼ਾ ਜਿਹੜਾ ਹੈ, ਜੇ ਆਪਾਂ ਇਸ ਵਿਸ਼ੇ ਦੇ ਉੱਤੇ ਗੱਲ ਕਰੀਏ ਤੇ ਇੱਕ ਬੜੀ ਲੰਮੀ ਚੌੜੀ ਆਪਾਂ ਵਿਚਾਰ ਕਰ ਸਕਦੇ ਹਾਂ। ਪਰ ਮੈਂ ਸੰਖੇਪ ਦੇ ਵਿੱਚ ਇੱਕ ਗੱਲ ਕਰਾਂ ਕਿ ਸਿੱਖ ਦੀ ਅਰਦਾਸ ਜਿਹੜੀ ਹੈ ਉਹ ਕੇਵਲ 2 ਸ਼ਬਦਾਂ ਦੀ ਹੋਣੀ ਚਾਹੀਦੀ ਹੈ। ਪਹਿਲੀ ਅਰਦਾਸ ਹੈ ਭਾਣੇ ਦੀ ਤੇ ਦੂਜੀ ਅਰਦਾਸ ਹੈ ਸ਼ੁਕਰਾਨੇ ਦੀ। ਜੋ ਨਹੀਂ ਮਿਲਿਆ ਉਹਦੇ ਲਈ ਉਸ ਅਕਾਲ ਪੁਰਖ ਪਰਮਾਤਮਾ ਦੇ ਭਾਣੇ ਦੇ ਵਿੱਚ ਰਹਿਣਾ ਆ ਜਾਵੇ, ਤੇ ਜੋ ਪ੍ਰਾਪਤ ਹੋ ਗਿਆ ਹੈ ਦੁਨਿਆਵੀ ਤੌਰ ਤੇ ਪਦਾਰਥਕਵਾਦ ਦੀ ਦੁਨੀਆ ਦੇ ਵਿੱਚ, ਉਹਦੇ ਲਈ ਸਾਨੂੰ ਸ਼ੁਕਰਾਨਾ ਕਰਨਾ ਆ ਜਾਵੇ। ਇਹ 2 ਅਰਦਾਸਾਂ ਸਿੱਖ ਦੀਆਂ ਸਿੱਖ ਦੇ ਜੀਵਨ ਦੇ ਅੰਦਰ ਬਣਦੀਆਂ ਨੇ। ਖੈਰ, ਪਰ ਖਿਮਾ ਕਰਨਾ, ਸਾਡੀ ਅਰਦਾਸਾਂ ਦੀ ਲੜੀ ਜਿਹੜੀ ਹੈ ਉਹ ਬੜੀ ਵੱਡੀ ਹੋ ਜਾਂਦੀ ਹੈ, ਬੜੀ ਲੰਮੀ ਚੌੜੀ ਹੋ ਜਾਂਦੀ ਹੈ। ਮੈਂ ਜਿਹੜੀ ਬੇਨਤੀ ਕਰਨ ਲੱਗਾ ਸੀ, ਭਗਤ ਕਬੀਰ ਸਾਹਿਬ ਜੀ ਬੜੀ ਪਿਆਰੀ ਗੱਲ ਕਹਿੰਦੇ ਨੇ। ਉਹਨਾਂ ਨੇ ਸਾਰੇ ਸ਼ਬਦ ਦੇ ਵਿੱਚ ਉਹ ਜੋ ਜ਼ਰੂਰਤਾਂ ਸੀ, ਜੋ ਸਰੀਰਕ ਲੋੜਾਂ ਸੀ, ਉਹ ਮੰਗੀਆਂ, ਪਰ ਉਹਨਾਂ ਨੇ ਅਖੀਰ ਤੇ ਇੱਕ ਗੱਲ ਬੜੀ ਪਿਆਰੀ ਕੀ ਕਹਿਣ ਲੱਗੇ, ਮੈਂ ਨਾ ਹੀ ਕੀਤਾ ਲੱਭੋ। हे ਮਾਲਕ ਜੀ, ਆ ਜੋ ਚੀਜ਼ਾਂ ਮੈਂ ਤੇਰੇ ਕੋਲੋਂ ਮੰਗੀਆਂ ਨੇ, ਇਹ ਮੈਂ ਕੋਈ ਲੋਭ ਨਹੀਂ ਕੀਤਾ, ਲਾਲਚ ਨਹੀਂ ਕੀਤਾ, ਮੈਂ ਨਾ ਹੀ ਕੀਤਾ ਲੱਭੋ, ਇੱਕ ਨਾਉ ਤੇਰਾ ਮੈਂ ਫੱਬੋ। ਮੈਨੂੰ ਫੱਬਦਾ, ਮੈਨੂੰ ਚੰਗਾ ਤੇਰਾ ਨਾਮ ਹੀ ਲੱਗਦਾ ਹੈ। ਆ ਜੇ ਚੀਜ਼ਾਂ ਮੈਂ ਤੇਰੇ ਕੋਲੋਂ ਮੰਗ ਰਿਹਾ ਤੇ ਇਹ ਮੈਂ ਕੋਈ ਲਾਲਚ ਨਹੀਂ ਕੀਤਾ। ਖੈਰ, ਹੁਣ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਇਹ ਗੱਲ ਕਹਿੰਦੇ ਨੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ। ਹੇ ਸਦਾ ਸਥਿਰ ਮਾਲਕ, ਕੋਈ ਸ਼ੱਕ ਨਹੀਂ, ਭਾਵੇਂ ਕਿ ਤੇਰੇ ਘਰ ਦੇ ਵਿੱਚ ਕਿਸੇ ਚੀਜ਼ ਦਾ ਘਾਟਾ ਨਹੀਂ ਹੈ, ਪਰ ਮੈਨੂੰ ਕੇਵਲ ਆਨੰਦ ਚਾਹੀਦਾ ਹੈ, ਮੈਨੂੰ ਕੇਵਲ ਸੁੱਖ ਚਾਹੀਦਾ ਹੈ, ਮੈਨੂੰ ਕੇਵਲ ਸਹਿਜ ਚਾਹੀਦਾ ਹੈ, ਮੈਨੂੰ ਸੱਚਾ ਗਿਆਨ ਚਾਹੀਦਾ, ਮੈਨੂੰ ਤੇਰਾ ਨਾਮ ਚਾਹੀਦਾ, ਗੁਣ ਚਾਹੀਦੇ ਨੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ। ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਸਤਿਗੁਰੂ ਜੀ ਕਹਿਣ ਲੱਗੇ ਤੇਰੇ ਘਰ ਤਾਂ ਸਭ ਕੁਝ ਹੀ ਹੈ, ਪਰ ਜਿਨ੍ਹਾਂ ਨੂੰ ਤੂੰ ਦੇਣਾ ਹੈ ਉਹ ਪ੍ਰਾਪਤ ਕਰਦਾ ਹੈ। ਇੱਥੇ ਥੋੜੀ ਜਿਹੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਨੀ ਚਾਹੁੰਦਾ। ਜਿਸ ਦੇਹ ਸੋ ਪਾਵੇ, ਵੀ ਜਿਹਨੂੰ ਪ੍ਰਮਾਤਮਾ ਦਿੰਦਾ ਹੈ ਉਹ ਇਸ ਚੀਜ਼ ਨੂੰ ਪ੍ਰਾਪਤ ਕਰਦਾ ਹੈ। ਪਰ ਕੀ ਫਿਰ ਰੱਬ ਜਿਹੜਾ ਹੈ ਉਹ ਵਿਤਕਰੇ ਕਰ ਰਿਹਾ ਹੈ? ਰੱਬ ਵੰਡੀਆਂ ਪਾ ਰਿਹਾ ਹੈ। ਰੱਬ ਨੇ ਇੱਕ ਨੂੰ ਉਹ ਚੀਜ਼ ਦੇ ਦਿੱਤੀ, ਇੱਕ ਨੂੰ ਉਹ ਦਾਤ ਦੇ ਦਿੱਤੀ, ਦੂਸਰੇ ਨੂੰ ਨਹੀਂ ਦਿੱਤੀ। ਇਹਦਾ ਮਤਲਬ ਉਹ ਰੱਬ ਨੇ ਫਿਰ ਵੰਡੀਆਂ ਪਾਈਆਂ? ਨਹੀਂ, ਰੱਬ ਵੰਡੀਆਂ ਨਹੀਂ ਪਾਉਂਦਾ। ਰੱਬ ਇੱਕ ਹੈ ਤੇ ਉਹ ਇੱਕੋ ਜੀ ਦ੍ਰਿਸ਼ਟੀ ਦੇ ਨਾਲ ਸਭ ਨੂੰ ਵੇਖਦਾ ਹੈ। ਏਕ ਦ੍ਰਿਸ਼ਟ ਕਰ ਸੰਸਰ ਜਾਣੇ, ਜੋਗੀ ਕਹੀਏ ਸੋਈ। ਸਤਿਗੁਰੂ ਜੀ ਕਹਿਣ ਲੱਗੇ ਮੈਂ ਤਾਂ ਜੋਗੀ ਵੀ ਉਹਨੂੰ ਕਹਿਣਾ ਜਿਹੜਾ ਸਾਰਿਆਂ ਨੂੰ ਰੱਬ ਦੇ ਹੁਕਮਾਂ ਦੇ ਮੁਤਾਬਕ, ਰੱਬ ਦੇ ਨਿਯਮਾਂ ਦੇ ਮੁਤਾਬਕ ਸਾਰਿਆਂ ਨੂੰ ਇੱਕੋ ਦ੍ਰਿਸ਼ਟੀ ਦੇ ਨਾਲ ਵੇਖਦਾ ਹੈ। ਜਿਸ ਦੇਹ ਸੋ ਪਾਵੇ ਦੇ ਇੱਥੇ ਭਾਵ ਅਰਥ ਨੇ ਕਿ ਰੱਬ ਜੀ, ਹੇ ਮਾਲਕ ਜੀ, ਤੇਰੇ ਘਰ ਤਾਂ ਸਭ ਕੁਝ ਹੈ, ਪਰ ਇਹਨਾਂ ਦਾਤਾਂ ਨੂੰ, ਇਸ ਨਾਮ ਦੀ ਦਾਤ ਨੂੰ, ਇਹਨਾਂ ਗੁਣਾਂ ਦੀਆਂ ਦਾਤਾਂ ਨੂੰ, ਸੱਚ ਦੀ ਦਾਤ ਨੂੰ ਉਹੀ ਪ੍ਰਾਪਤ ਕਰਦਾ ਹੈ ਜਿਹੜਾ
ਤੇਰੇ ਦਰ ਦੇ ਉੱਤੇ ਪ੍ਰਾਪਤ ਕਰਨ ਦੇ ਲਈ ਉਦਮ ਕਰੇ। ਫਿਰ ਜਿਹੜਾ ਆਉਂਦਾ ਹੈ ਉਹਨੂੰ ਤੂੰ ਦੇਣਾ ਹੈ ਤੇ ਉਹ ਪ੍ਰਾਪਤ ਕਰਦਾ ਹੈ। ਇਸ ਨੂੰ ਆਪਾਂ ਇਸ ਢੰਗ ਦੇ ਨਾਲ ਸਮਝ ਲਈਏ ਵੀ ਮੰਨ ਕੇ ਚੱਲੋ ਹੁਣ ਉਹੀ ਸਟੂਡੈਂਟ, ਉਹੀ ਵਿਦਿਆਰਥੀ ਗਿਆਨ ਪ੍ਰਾਪਤ ਕਰੇਗਾ ਨਾ ਜਿਹੜਾ ਕਾਲਜ, ਸਕੂਲ, ਯੂਨੀਵਰਸਿਟੀ ਜਾਵੇਗਾ। ਰੋਗੀ ਤਾਂ ਉਹੀ ਠੀਕ ਹੋਵੇਗਾ ਜਿਹੜਾ ਡਾਕਟਰ ਦੇ ਕੋਲ ਜਾਵੇਗਾ। ਭੁੱਖ ਉਸੇ ਦੀ ਮਿਟੇਗੀ ਜਿਹੜਾ ਰੋਟੀ ਦੇ ਕੋਲ ਜਾਵੇਗਾ। ਸੋ ਇਸੇ ਢੰਗ ਦੇ ਨਾਲ ਪਰਮਾਤਮਾ ਵੀ ਇਹ ਦਾਤ ਉਸ ਨੂੰ ਹੀ ਦੇਵੇਗਾ, ਕੋਈ ਸ਼ੱਕ ਨਹੀਂ। ਦੇਣੀ ਦਾਤ ਰੱਬ ਨਹੀਂ ਹੈ, ਪਰ ਰੱਬ ਵਿਤਕਰੇ ਨਹੀਂ ਕਰ ਰਿਹਾ। ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਵੀ ਜੇ ਇੱਕ ਇਨਸਾਨ ਨੂੰ ਸੱਚ ਮਿਲਿਆ ਹੈ ਤੇ ਦੂਸਰੇ ਨੂੰ ਨਹੀਂ ਮਿਲਿਆ ਤੇ ਇਹਦਾ ਮਤਲਬ ਰੱਬ ਨੇ ਵਿਤਕਰਾ ਨਹੀਂ ਪਾਇਆ। ਜੇ ਇੱਕ ਇਨਸਾਨ ਚੰਗੇ ਕਰਮ ਕਰ ਰਿਹਾ ਹੈ, ਦੂਸਰਾ ਨਹੀਂ ਕਰ ਰਿਹਾ, ਤੇ ਇਹਦਾ ਮਤਲਬ ਇਹ ਰੱਬ ਨੇ ਵਿਤਕਰਾ ਨਹੀਂ ਪਾਇਆ। ਇਹ ਵਿਤਕਰਾ ਅਸੀਂ ਆਪਣੀ ਸੋਚ ਦੇ ਮੁਤਾਬਕ ਆਪਣੇ ਜੀਵਨ ਦੇ ਅੰਦਰ ਪ੍ਰਾਪਤ ਕੀਤਾ ਹੈ। ਅਸੀਂ ਰੱਬ ਦੇ ਦਰ ਤੇ ਗਏ ਨਹੀਂ, ਅਸੀਂ ਉਹਦੇ ਕੋਲ ਜਾ ਕੇ ਇਹ ਦਾਤ ਮੰਗੀ ਨਹੀਂ ਕਿ ਮਾਲਕ ਜੀ ਹਰ ਦੀਜੈ ਨਾਮ ਪਿਆਰੀ ਜੀਓ। ਜਿਹੜਾ ਜਾਂਦਾ ਹੈ ਉਹਨੂੰ ਰੱਬ ਦਿੰਦਾ ਇਹ ਦਾਤ। ਜਿਸ ਦੇਹ ਸੋ ਪਾਵੇ, ਜਿਹੜਾ ਉਹਦੇ ਕੋਲ ਜਾਂਦਾ। ਭਾਈ ਲਹਿਣਾ ਜੀ ਗਏ ਨੇ, ਗੁਰੂ ਨਾਨਕ ਸਾਹਿਬ ਜੀ ਨੇ ਦਾਤ ਬਖਸ਼ਿਸ਼ ਕਰ ਦਿੱਤੀ ਹੈ। ਬਾਬਾ ਅਮਰਦਾਸ ਜੀ ਗਏ ਨੇ, ਗੁਰੂ ਅੰਗਦ ਸਾਹਿਬ ਜੀ ਨੇ ਦਾਤ ਬਖਸ਼ਿਸ਼ ਕਰ ਦਿੱਤੀ ਹੈ। ਗੁਰੂ ਅਰਜਨ ਸਾਹਿਬ ਜੀ ਗਏ ਨੇ, ਮਨ ਕਰਕੇ ਪ੍ਰਿਥੀ ਚੰਦ ਨਹੀਂ ਗਿਆ, ਮਹਾਦੇਵ ਨਹੀਂ ਗਿਆ, ਉਹ ਇਸ ਦਾਤ ਤੋਂ ਵਾਂਝੇ ਰਹਿ ਗਏ। ਸੋ ਸਤਿਗੁਰੂ ਜੀ ਕਹਿੰਦੇ ਨੇ ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਤੇਰੇ ਘਰ ਸਭ ਕੁਝ ਹੀ ਹੈ, ਪਰ ਜਿਨ੍ਹਾਂ ਨੂੰ ਤੂੰ ਇਹ ਦਾਤ ਦੇਣਾ ਹੈ ਉਹੀ ਪ੍ਰਾਪਤ ਕਰਦੇ ਨੇ। ਤੇ ਦਿੰਦਾ ਕਿਹਨਾਂ ਨੂੰ ਹੈ? ਜਿਹੜੇ ਉਦਮ ਕਰਦੇ ਨੇ, ਜਿਹੜੇ ਆਪਣਾ ਆਪ ਸਮਰਪਿਤ ਕਰਕੇ ਉਸ ਮਾਲਕ ਦੇ ਦਰ ਤੇ ਢਹਿ ਢੇਰੀ ਹੋ ਜਾਂਦੇ ਨੇ, ਜਿਹੜੇ ਉਹਦੇ ਨਾਲ ਜੁੜ ਜਾਂਦੇ ਨੇ, ਜਿਹੜੇ ਉਹਦੇ ਬਣ ਜਾਂਦੇ ਨੇ, ਉਹਨਾਂ ਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ। ਉਹ ਵਿਤਕਰਾ ਨਹੀਂ ਕਰਦਾ। ਇਹ ਨਹੀਂ ਕਿਹਾ ਜਾ ਸਕਦਾ ਵੀ ਰੱਬ ਨੇ ਉਹਨੂੰ ਆਮ ਕਰਕੇ ਸਾਡੇ ਸਮਾਜ ਦੇ ਅੰਦਰ ਇੱਕ ਗੱਲ ਪ੍ਰਚਲਿਤ ਹੁੰਦੀ ਹੈ ਜੀ ਉਹਨਾਂ ਤੇ ਬੜੀ ਕਿਰਪਾ ਹੈ, ਉਹਨਾਂ ਬੜੀ ਬਖਸ਼ਿਸ਼ ਉਹਨਾਂ ਦੇ ਉੱਤੇ ਹੈ, ਉਹ ਤਾਂ ਗੁਰਦੁਆਰੇ ਜਾਂਦੇ ਨੇ, ਉਹ ਬਾਣੀ ਪੜ੍ਹਦੇ ਨੇ, ਉਹਨਾਂ ਦਾ ਕਾਰੋਬਾਰ ਬੜਾ ਵੱਡਾ ਹੈ। ਇਹ ਰੱਬ ਨੇ ਵਿਤਕਰੇ ਨਹੀਂ ਪੈਦਾ ਕੀਤੇ। ਇਹ ਕਿਰਪਾ ਤੇਰੇ ਤੇ ਵੀ ਬਣ ਸਕਦੀ ਹੈ, ਇਹ ਕਿਰਪਾ ਤੇਰੇ ਤੇ ਵੀ ਹੋ ਸਕਦੀ ਹੈ ਜੇ ਤੂੰ ਆਪਣੇ ਅੰਦਰ ਨੂੰ ਉਸ ਲਾਇਕ ਬਣਾ ਲਵੇਂ, ਰੱਬ ਦੇ ਗੁਣਾਂ ਨੂੰ ਆਪਣੇ ਅੰਦਰ ਅਡੋਪਟ ਕਰਨਾ ਸ਼ੁਰੂ ਕਰ ਦੇਵੇਂ। ਇਹ ਬਖਸ਼ਿਸ਼ ਤੇਰੇ ਤੇ ਵੀ ਹੋ ਸਕਦੀ ਹੈ। ਸੋ ਸਤਿਗੁਰੂ ਜੀ ਕਹਿੰਦੇ ਨੇ ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਫਿਰ ਜਿਨ੍ਹਾਂ ਨੂੰ ਇਹ ਦਾਤ ਮਿਲਦੀ ਹੈ ਆਨੰਦ ਦੀ, ਇਸ ਖਿੜਾਓ ਦੀ ਜਿਹੜੀ ਦਾਤ ਜਿਨ੍ਹਾਂ ਨੂੰ ਪ੍ਰਾਪਤ ਹੁੰਦੀ ਹੈ, ਸਦਾ ਸਿਫਤ ਸਲਾਹ ਤੇਰੀ, ਫਿਰ ਉਹ ਮਾਲਕ ਦੀਆਂ ਸਿਫਤ ਸਲਾਹਾਂ ਕਰਦੇ ਨੇ, ਫਿਰ ਉਹ ਗੁਣ ਗਾਉਂਦੇ ਨੇ। ਕੇਵਲ ਤਾਂ ਕੇਵਲ ਉਸ ਅਕਾਲ ਪੁਰਖ ਪਰਮਾਤਮਾ ਦੇ, ਫਿਰ ਉਸ ਸੱਚ ਦੇ ਉੱਤੇ ਪਹਿਰਾ ਦਿੰਦੇ ਨੇ। ਨਾਮ ਮਨ ਵਸਾਵੇ, ਤੇ ਸੱਚ ਨੂੰ ਆਪਣੇ ਮਨ ਦੇ ਵਿੱਚ ਵਸਾ ਕੇ ਰੱਖਦੇ ਨੇ, ਸੱਚੇ ਗਿਆਨ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਂਦੇ ਨੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਸਤਿਗੁਰੂ ਜੀ ਕਹਿਣ ਲੱਗੇ ਆਹ ਸੱਚਾ ਗਿਆਨ, ਆਹ ਰੱਬੀ ਗੁਣ ਜਿਨ੍ਹਾਂ ਦੇ ਮਨ ਦੇ ਵਿੱਚ ਵਸ ਜਾਂਦੇ ਨੇ, ਉਹਨਾਂ ਦੇ ਮਨ ਦੇ ਅੰਦਰ ਬਹੁਤੇ ਵਾਜੇ, ਵਾਜੇ ਦੇ ਅਰਥ ਨੇ ਇੱਕ ਆਨੰਦ ਪੈਦਾ ਹੁੰਦਾ, ਇੱਕ ਖੁਸ਼ੀ ਦਾ ਗੀਤ ਉਹਨਾਂ ਦੇ ਅੰਦਰ ਪੈਦਾ ਹੁੰਦਾ, ਇੱਕ ਸੁੱਖ ਦੀ ਲਹਿਰ ਉਹਨਾਂ ਦੇ ਜੀਵਨ ਦੇ ਅੰਦਰ ਬਣਦੀ ਹੈ। ਮੈਂ ਪਿਛਲੇ ਦਿਨੀ ਵੀ ਬੇਨਤੀ ਕੀਤੀ ਸੀ, ਫਿਰ ਦੁਨੀਆ ਦਾ ਕੋਈ ਵੀ ਦੁੱਖ ਜਿਹੜਾ ਹੈ, ਵੱਡੇ ਤੋਂ ਵੱਡਾ ਦੁੱਖ ਜਿਹੜਾ ਹੈ, ਉਹ ਉਹਨਾਂ ਨੂੰ ਵਿਆਪ ਨਹੀਂ ਸਕਦਾ, ਉਹਨਾਂ ਨੂੰ ਪੋਹ ਨਹੀਂ ਸਕਦਾ, ਉਹਨਾਂ ਦੇ ਮਾਈਂਡ ਦੇ ਉੱਤੇ ਉਹ ਪ੍ਰਭਾਵ ਨਹੀਂ ਪਾ ਸਕਦਾ। ਤੇ ਸਤਿਗੁਰੂ ਜੀ ਅਖੀਰ ਤੇ ਕਹਿੰਦੇ ਨੇ ਕਹਿ ਨਾਨਕ ਸੱਚੇ ਸਾਹਿਬ, ਕਿਆ ਨਾਹੀਂ ਘਰ ਤੇਰਾ। ਨਾਨਕ ਇਹ ਗੱਲ ਆਖਦਾ ਹੈ ਕਿ ਸਦਾ ਸਥਿਰ ਰਹਿਣ ਵਾਲੇ ਮਾਲਕ ਜੀ, ਹੇ ਰੱਬ ਜੀ, ਤੇਰੇ ਘਰ ਕਿਸੇ ਚੀਜ਼ ਦਾ ਘਾਟਾ ਨਹੀਂ, ਤੇਰੇ ਘਰ ਹਰ ਇੱਕ ਸ਼ੈ ਹੈ, ਪਰ ਮੈਨੂੰ ਚਾਹੀਦਾ ਕੇਵਲ ਆਨੰਦ ਹੈ, ਮੈਨੂੰ ਅੰਦਰਲਾ ਸੁੱਖ ਚਾਹੀਦਾ ਹੈ, ਮੈਨੂੰ
ਅੰਦਰਲੀ ਖੁਸ਼ੀ ਚਾਹੀਦੀ ਹੈ ਤੇ ਇਹ ਸੁੱਖ ਇਹ ਆਨੰਦ ਤਾਂ ਹੀ ਮੇਰੇ ਜੀਵਨ ਦੇ ਅੰਦਰ ਆ ਸਕਦਾ ਹੈ ਜੇ ਮੈਂ ਤੇਰੇ ਨਾਮ ਦੇ ਨਾਲ ਜੁੜਿਆ ਰਵਾਂ, ਤੇਰੇ ਸੱਚੇ ਗਿਆਨ ਨੂੰ ਤੇ ਗੁਣਾਂ ਨੂੰ ਆਪਣੇ ਜੀਵਨ ਦੇ ਅੰਦਰ ਵਸਾ ਕੇ ਰੱਖਾਂ। ਤਾਂ ਹੀ ਸਤਿਗੁਰੂ ਜੀ ਕਹਿੰਦੇ ਨੇ ਇਹ ਆਨੰਦ ਤੇਰੀ ਜ਼ਿੰਦਗੀ ਦੇ ਅੰਦਰ ਬਣ ਸਕਦਾ ਹੈ। ਵੈਸੇ ਉਸ ਮਾਲਕ ਦੇ ਘਰ ਦੇ ਵਿੱਚ ਬਹੁਤ ਕੁਝ ਹੈ, ਸਭ ਕੁਝ ਹੈ, ਤੈਨੂੰ ਪ੍ਰਾਪਤ ਕਰਨ ਦੀ ਜਾਚ ਹੋਣੀ ਚਾਹੀਦੀ ਹੈ। ਸੋ ਸਤਿਗੁਰੂ ਜੀ ਕਿਰਪਾ ਕਰਨ। ਮੈਂ ਇੱਥੇ ਇੱਕ ਬੇਨਤੀ ਕਰਦਾ ਜਾਵਾਂ ਵੀ ਰੱਬ ਦਾ ਘਰ ਕੀ ਹੈ। ਇੱਕ ਤਾਂ ਆ ਸਾਰਾ ਸੰਸਾਰ ਹੀ ਰੱਬ ਦਾ ਘਰ ਹੈ ਨਾ, ਜਿਹਨੂੰ ਆਪਾਂ ਪੜ੍ਹਦੇ ਹਾਂ ਇਹ ਜਗ ਸੱਚੇ ਕੀ ਹੈ ਕੋਠੜੀ, ਜਾਂ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੀ। ਨਾ ਤਾਂ ਇਸ ਬਾਹਰਲੇ ਘਰ ਦੇ ਵਿੱਚ ਰੱਬ ਦੇ ਕਿਸੇ ਚੀਜ਼ ਦਾ ਕੋਈ ਘਾਟਾ ਹੈ, ਕੋਈ ਘਾਟਾ ਨਹੀਂ। ਤੁਸੀਂ ਵੇਖੋ ਵੀ ਨਾ ਜਿਹੜਾ ਵੀ ਪਦਾਰਥ ਪਰਮਾਤਮਾ ਨੇ ਬਣਾਇਆ ਹੈ ਪ੍ਰਕਿਰਤੀ ਦੇ ਅੰਦਰ, ਕੁਦਰਤ ਦੇ ਅੰਦਰ, ਉਹਦੇ ਵਿੱਚ ਕੋਈ ਘਾਟ ਨਹੀਂ ਹੈ। ਹਵਾ ਹੈ, ਕੋਈ ਘਾਟ ਹੈ ਉਹਦੇ ਅੰਦਰ? ਕਿੰਨੇ ਲੋਕ ਮਾਣ ਰਹੇ ਨੇ। ਬੰਦੇ ਦੀ ਬਣਾਈ ਹੋਈ ਹਵਾ, ਉਹਦੇ ਅੰਦਰ ਕਮੀ ਆ ਸਕਦੀ ਹੈ, ਖੜੋਤ ਆ ਸਕਦੀ ਹੈ। ਆਪਾਂ ਵੇਖਿਆ ਪਿਛਲੇ ਦਿਨੀ ਯੂਪੀ ਦੇ ਵਿੱਚ ਆਕਸੀਜਨ ਦੀ ਉਹਨਾਂ ਦੇ ਕੋਲ ਘਾਟ ਹੋ ਗਈ ਤੇ ਕਿੰਨੇ ਬੱਚੇ ਜਿਹੜੇ ਸਨ ਉਹ ਡੈਥ ਕਰ ਗਏ। ਹੁਣੇ ਆਪਾਂ ਰਿਸੈਂਟਲੀ ਹਾਲਾਤਾਂ ਦੇ ਵਿੱਚ ਵੇਖ ਰਹੇ ਹਾਂ ਜੋ ਕਰੋਨਾ ਨਾਮ ਦੀ ਮਹਾਮਾਰੀ ਫੈਲੀ ਹੈ। ਵੱਡੇ ਵੱਡੇ ਦੇਸ਼ ਚਿੰਤਤ ਨੇ। ਕਿਉਂ? ਉਹ ਕਹਿੰਦੇ ਨੇ ਸਾਡੇ ਕੋਲ ਵੈਂਟੀਲੇਟਰ ਮਸ਼ੀਨਾਂ ਦੀ ਘਾਟ ਹੈ। ਪਰ ਰੱਬ ਦੀ ਕੁਦਰਤ ਦੇ ਅੰਦਰ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਹੈ। ਨਾ ਪਾਣੀ ਦੀ ਘਾਟ ਹੈ, ਨਾ ਅੱਗ ਦੀ ਘਾਟ ਹੈ, ਨਾ ਹਵਾ ਦੀ ਘਾਟ ਹੈ, ਨਾ ਕਿਸੇ ਵੀ ਚੀਜ਼ ਦੀ ਨਹੀਂ। ਸਦੀਆਂ ਤੋਂ ਮਨੁੱਖ ਵਰਤਦਾ ਆ ਰਿਹਾ ਤੇ ਵਰਤਨੀਆਂ ਨੇ। ਸੋ ਇੱਕ ਤਾਂ ਇਹ ਬਾਹਰੀ ਦੁਨੀਆ ਦੇ ਬਾਹਰੀ ਘਰ ਹੈ ਜਿਹੜਾ ਰੱਬ ਦਾ, ਇਹ ਸਾਰਾ ਸੰਸਾਰ, ਇਹਦੇ ਵਿੱਚ ਵੀ ਕੋਈ ਘਾਟ ਨਹੀਂ। ਇੱਕ ਰੱਬ ਦਾ ਘਰ ਹੈ ਸਾਡੇ ਅੰਦਰ, ਇਹਦੇ ਵਿੱਚ ਵੀ ਕੋਈ ਘਾਟ ਨਹੀਂ। ਬਸ ਲੋੜ ਹੈ ਸਾਡੇ ਬੰਦੇ ਦੇ ਅੰਦਰ ਹੀ ਬਹੁਤ ਕੁਝ ਹੈ, ਜਿਹਨੂੰ ਬਾਣੀ ਕਹਿੰਦੀ ਹੈ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ। ਖੋਜਣ ਦੀ ਲੋੜ ਹੈ, ਲੱਭਣ ਦੀ ਲੋੜ ਹੈ। ਅੰਦਰ ਵੀ ਸਾਡੇ ਇਹ ਰੱਬ ਦਾ ਘਰ ਹੈ ਤੇ ਇਸ ਘਰ ਦੇ ਵਿੱਚ ਵੀ ਬਹੁਤ ਕੁਝ ਹੈ ਸਾਨੂੰ ਲੱਭਣ ਦੀ, ਸਾਨੂੰ ਖੋਜਣ ਦੀ ਜ਼ਰੂਰਤ ਹੈ। ਬਾਹਰਲੇ ਘਰ ਦੇ ਵਿੱਚ ਵੀ ਕੋਈ ਘਾਟ ਨਹੀਂ ਤੇ ਅੰਦਰਲੇ ਘਰ ਦੇ ਵਿੱਚ ਵੀ ਘਾਟ ਨਹੀਂ। ਪਰ ਜਿਹੜੀ ਗੱਲ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ ਉਹ ਇਹੀ ਹੈ ਕਿ ਰੱਬ ਜੀ ਤੇਰੇ ਘਰ ਦੇ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ ਹੈ। ਕਮੀ ਜੇ ਕਿਤੇ ਹੈ, ਜੇ ਕੁਝ ਪ੍ਰਾਪਤ ਨਹੀਂ ਮੈਂ ਕਰ ਸਕਿਆ, ਜੇ ਉਹ ਆਨੰਦ ਮੈਂ ਨਹੀਂ ਮਾਣ ਸਕਿਆ, ਜੇ ਮੈਂ ਉਹ ਸੁੱਖ ਆਪਣੇ ਜੀਵਨ ਦੇ ਅੰਦਰ ਸਹਿਜ ਨਹੀਂ ਲੈ ਸਕਿਆ ਤੇ ਕਮੀ ਮੇਰੀ ਹੈ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਕਮੀ ਮੇਰੀ ਹੈ। ਕਿਉਂ? ਕਿਉਂਕਿ ਹਮ मैले तुम उज्जल करते, तेरे च कोई कमी नहीं। हम निर्गुण तू दाता। सो आओ गुरु किरपा करे बाणी ਨੂੰ ਸਮਝ ਕੇ ਆਪਾਂ ਰੱਬ ਦੇ ਘਰ ਦੇ ਵਿੱਚੋਂ ਉਸ ਆਨੰਦ ਨੂੰ, ਉਸ ਸੁੱਖ ਨੂੰ ਪ੍ਰਾਪਤ ਕਰ ਸਕੀਏ। ਗੁਰੂ ਵਾਲੇ ਬਣ ਕੇ, ਗੁਰੂ ਦਾ ਓਟ ਆਸਰਾ ਲੈ ਕਰਕੇ ਇਸ ਜੀਵਨ ਦੇ ਮਕਸਦ ਨੂੰ ਸਮਝ ਸਕੀਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਪ੍ਰਵਾਨੋ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।